ਦਰਸ਼ਕੋ ਫਿਰ ਦਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ। ਜੀ ਡਾਕਟਰ ਸਾਹਿਬ, ਅੰਤ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਹਿਸਟਰੀ ਦੇ ਹਵਾਲੇ ਨਾਲ 1840 'ਚ ਅੱਜ ਦੇ ਦਿਨ ਕੰਵਰ ਨਿਹਾਲ ਸਿੰਘ ਦੀ ਮੌਤ ਹੋਈ। ਕੱਲ੍ਹ ਅਸੀਂ ਦੱਸਿਆ ਸੀ ਵੀ ਕਿਵੇਂ ਖੜਕ ਸਿੰਘ ਨੂੰ ਸਲੋ ਪੋਇਜ਼ਨ ਕਰਕੇ ਮਾਰ ਦਿੱਤਾ ਸੀ। ਉਹਨਾਂ ਦਾ ਹੀ ਲੜਕਾ ਸੀ ਕੰਵਰ ਨਿਹਾਲ ਸਿੰਘ, ਔਰ ਪਿਤਾ ਦਾ ਸੰਸਕਾਰ ਕਰਕੇ ਜਦੋਂ ਵਾਪਸ ਮੁੜ ਰਿਹਾ ਸੀ ਤੇ ਜਿਸ ਸੱਜੇ ਥੱਲੋਂ ਲੰਘਿਆ ਉਹਦੇ ਉੱਤੇ ਡਿੱਗਿਆ। ਉਸ ਦੇ ਵਿੱਚ ਉਹ ਜ਼ਖਮੀ ਹੋਇਆ ਔਰ ਇੱਕ ਇਹ ਜਿਹੜਾ ਰਵਾਇਤੀ ਤੌਰ 'ਤੇ ਮੰਨਿਆ ਜਾਂਦਾ ਵੀ ਧਿਆਨ ਸਿੰਘ ਡੋਗਰੇ ਨੇ ਅੰਦਰ ਲਿਜਾ ਕੇ ਉਹਨੂੰ ਵੱਟੇ ਮਾਰ ਕੇ ਜਿਹੜਾ ਮਰਵਾਇਆ। ਹਾਲਾਂਕਿ ਇਸ ਦੇ ਵਿੱਚ ਗੁਲਾਬ ਸਿੰਘ ਦਾ ਮੁੰਡਾ ਵੀ ਮਾਰਿਆ ਗਿਆ ਸੀ, ਊਧਮ ਸਿੰਘ, ਲੇਕਿਨ ਜਿੱਦਾਂ ਦਾ ਧਿਆਨ ਸਿੰਘ ਸਾਜ਼ਿਸ਼ੀ ਸੀ ਕੁਆਇਟ ਪੋਸੀਬਲ ਹੈ ਕਿਉਂਕਿ ਨਿਹਾਲ ਸਿੰਘ ਵੀ ਉਹਦੇ ਰਸਤੇ ਦੀ ਰੁਕਾਵਟ ਸੀ। 1920 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ, ਜਿਹੜਾ ਕਿ ਕਾਫੀ ਦੇਰ ਅੰਗਰੇਜ਼ ਪ੍ਰਬੰਧਕੀ ਨਿਜ਼ਾਮ ਦੇ ਥੱਲੇ ਹੀ ਸੀ, ਪਹਿਲੀ ਵਾਰ ਜਿਹੜੀ ਇੱਕ ਪੰਥਕ ਕਮੇਟੀ ਇਸ ਕਾਲਜ ਦੇ ਪ੍ਰਬੰਧ ਲਈ ਬਣੀ, ਉਸ ਦੇ ਹਵਾਲੇ ਉਹਦਾ ਮੈਨੇਜਮੈਂਟਲ ਪ੍ਰਬੰਧ ਕਰ ਦਿੱਤਾ ਗਿਆ। 1978 'ਚ ਜਦੋਂ ਕਿ 13 ਅਪ੍ਰੈਲ 1978 ਦਾ ਨਰਕਧਾਰੀਆਂ ਨੇ ਸਾਕਾ ਵਰਤਾਇਆ, 13 ਸਿੰਘ ਸ਼ਹੀਦ ਹੋਏ, ਦਰਜਨਾਂ ਜ਼ਖਮੀ ਹੋਏ। ਉਦੋਂ ਵੀ ਪੰਜਾਬ ਦੇ ਵਿੱਚ ਬਾਦਲ ਦੀ ਸਰਕਾਰ ਸੀ, ਸੈਂਟਰ ਦੇ ਵਿੱਚ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਪਰ ਅਕਾਲੀ ਸਹਿਯੋਗੀ ਸੀ, ਸੁਰਜੀਤ ਸਿੰਘ ਬਰਨਾਲਾ ਮਿਨਿਸਟਰ ਸੀ। ਔਰ ਇਸ ਜਿਹੜਾ ਅੰਮ੍ਰਿਤਸਰ ਸਾਕਾ ਸੀ, ਇਸ ਤੋਂ ਬਾਅਦ 10 ਜੂਨ 1978 ਨੂੰ ਜਥੇਦਾਰ ਸਾਧੂ ਸਿੰਘ ਭੌਰਾ ਦੀ ਕਮਾਂਡ ਥੱਲੇ ਅਕਾਲ ਤਖਤ ਸਾਹਿਬ ਵੱਲੋਂ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਕਿ ਇਹ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ। ਉਸ ਤੋਂ ਦੇ ਉੱਤੇ ਅਮਲ ਕਰਦੇ ਸਿੱਖ ਸੰਗਤਾਂ ਥਾਂ ਤੇ ਜਿੱਥੇ ਕਿ ਨਰਕਧਾਰੀ ਖੁੱਲ੍ਹੇਆਮ ਸਰਕਾਰੀ ਸ਼ਹਿ ਦੇ ਥੱਲੇ ਆਪਣੇ ਸਮਾਗਮ ਕਰਦੇ ਸਨ, ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਵੰਗਾਰਦੇ ਸੀ, ਸਿੱਖ ਕੌਮ ਨੂੰ ਵੰਗਾਰਦੇ ਸੀ। ਸੋ ਇਹੋ ਜਿਹਾ ਇੱਕ ਸਮਾਗਮ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਰੱਖਿਆ ਹੋਇਆ ਸੀ। ਔਰ ਦਿੱਲੀ ਅਕਾਲੀ ਦਲ, ਉਦੋਂ ਅਕਾਲੀ ਬੇਸ਼ੱਕ ਬਾਦਲ ਇੱਥੇ ਉਦੋਂ ਵੀ ਰਲਿਆ ਹੋਇਆ ਸੀ ਨਰਕਧਾਰੀਆਂ ਨਾਲ, ਇਹਨਾਂ ਹੀ ਅੰਮ੍ਰਿਤਸਰ ਤੋਂ ਸੇਫ ਉਹਨੂੰ ਨਰਕਧਾਰੀ ਗੁਰਬਚਨੇ ਨੂੰ ਦਿੱਲੀ ਪਹੁੰਚਾਇਆ ਸੀ ਔਰ ਉਹਦੇ ਖਿਲਾਫ ਕੇਸ ਵੀ ਬੜਾ ਕਮਜ਼ੋਰੀ ਨਾਲ ਲੜਿਆ। ਜਦੋਂ ਕਰਨਾਲ ਜੱਜ ਨੇ ਫੈਸਲਾ ਅਗੇਂਸਟ ਦਿੱਤਾ, ਈਵਨ ਹਾਈ ਕੋਰਟ ਦੇ ਵਿੱਚ ਅਪੀਲ ਵੀ ਨਹੀਂ ਸੀ ਕੀਤੀ ਕੇਸ ਦੀ, ਲੇਕਿਨ ਦਿੱਲੀ ਦੇ ਵਿੱਚ ਉਸ ਵੇਲੇ ਜਜ਼ਬੇ ਵਾਲੇ ਅਕਾਲੀ ਸਨ, ਜਿਨ੍ਹਾਂ 'ਚ ਜਥੇਦਾਰ ਅਵਤਾਰ ਸਿੰਘ ਕੋਹਲੀ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸਨ ਉਸ ਵੇਲੇ। ਸੋ ਉਹਨਾਂ ਨੇ, ਦਿੱਲੀ ਦੇ ਅਕਾਲੀਆਂ ਨੇ ਨਰਕਧਾਰੀਆਂ ਦੇ ਖਿਲਾਫ ਪ੍ਰੋਟੈਸਟ ਰੱਖਿਆ। ਪੁਲਿਸ ਨੇ ਅੰਧਾਧੁੰਦ ਗੋਲੀ ਚਲਾਈ ਔਰ ਬਜ਼ੁਰਗ ਉਮਰ ਦੇ ਜਥੇਦਾਰ ਅਵਤਾਰ ਸਿੰਘ ਕੋਹਲੀ ਔਰ 3 ਹੋਰ ਅਕਾਲੀ ਅਹੁਦੇਦਾਰ ਜਿਹੜੇ ਨੇ ਉਹ ਮਾਰੇ ਗਏ ਸਨ। ਔਰ ਪੁਲਿਸ ਨੇ ਫਿਰ ਸਗੋਂ ਗੁਰਦੁਆਰਾ ਸੀਸਗੰਜ, ਬੰਗਲਾ ਸਾਹਿਬ, ਰਕਾਬਗੰਜ, ਇਹਨਾਂ ਦੀ ਸਿਰਫ ਨਾਕਾਬੰਦੀ ਕੀਤੀ। ਇਹਨਾਂ ਨੇ ਕੰਟਰੋਲ ਕਰਕੇ ਈਵਨ ਸੰਗਤਾਂ ਦੇ ਦਰਸ਼ਨਾਂ ਲਈ ਲੌਕਅਪ ਕਰ ਦਿੱਤਾ ਸੀ। ਔਰ ਇਹ ਅਕਾਲੀਆਂ ਦੇ ਥੱਲੇ, ਉਦੋਂ ਵੀ ਇਹ ਬੇਸ਼ਰਮ ਅਕਾਲੀ ਜਿਹੜੇ ਨੇ, ਇਹਦੇ ਬਾਵਜੂਦ ਕਿ ਇਹਨਾਂ ਦਾ ਆਪਣਾ ਦਿੱਲੀ ਅਕਾਲੀ ਦਲ ਦਾ ਪ੍ਰਧਾਨ ਮਾਰਿਆ ਗਿਆ, ਇਹਨਾਂ ਨੇ ਕੋਈ ਸਰਕਾਰ ਨਹੀਂ ਸੀ ਛੱਡੀ। ਔਰ ਪਰ ਜਦੋਂ ਫਿਰ ਸਿੱਖਾਂ ਦਾ ਰੋਹ ਵਧਿਆ ਤੇ ਗੁਰਦੁਆਰੇ ਉਹਨਾਂ ਨੇ ਖੋਲ੍ਹ ਦਿੱਤੇ। ਲੇਕਿਨ ਇਹ 3 ਜਿਹੜੇ ਸਿੱਖ ਨੇ ਜਿਨ੍ਹਾਂ ਦੇ ਵਿੱਚ ਪੰਥਕ ਜਜ਼ਬਾ ਸੀ, ਭਾਵੇਂ ਲੇਬਲ ਅਕਾਲੀ ਦਲ ਦਾ ਸੀ, ਉਹ ਸ਼ਹੀਦ ਹੋਏ। ਸੋ ਅਸੀਂ ਸਮਝਦੇ ਹਾਂ ਕਿ ਬਾਦਲ ਦਾ ਜੇ ਕਿਸੇ ਨੇ ਕਰੈਕਟਰ ਦੇਖਣਾ ਤੇ ਇਹਦਾ 60 ਸਾਲ ਦਾ ਬਿਹੇਵੀਅਰ ਜਿਹੜਾ ਸਿਆਸਤ 'ਚ ਹੁੰਦੇ 78 ਤੋਂ ਸ਼ੁਰੂ ਹੋ ਜਾਂਦਾ ਕੰਮ, ਉਸ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਵੀ ਕਿਸ ਕਿਸਮ ਦਾ ਇਹ ਜਾਬਰ ਆਦਮੀ ਐਂਟੀ ਪੰਥ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1492 'ਚ ਕੋਲੰਬਸ, ਜਿਹਨੇ ਕਿ ਕਿਊਬਾ ਦੇ ਉੱਤੇ ਵੀ ਕੰਟਰੋਲ ਕੀਤਾ ਸੀ, ਪਹਿਲੀ ਵਾਰੀ ਉਹਨੇ ਮੱਕੀ ਉਹ ਦੇਖੀ ਕਿਉਂਕਿ ਜਿਹੜੇ ਇੰਡੀਅਨ ਸੀ, ਨੇਟਿਵ ਇੰਡੀਅਨਸ, ਉਹ ਉਹਨੂੰ ਉਗਾਉਂਦੇ ਸੀ ਔਰ ਬਾਅਦ 'ਚ ਉਹ ਫਿਰ ਯੂਰਪ ਦੇ ਵਿੱਚ ਵੀ ਮੱਕੀ ਪਹੁੰਚੀ। 1556 'ਚ ਅਕਬਰ ਜਿਹੜਾ ਉਹ ਹਮਾਯੂੰ ਦੀ ਥਾਂ ਤੇ, ਮੁੰਡਾ ਹੀ ਸੀ ਹਮਾਯੂੰ ਦਾ, ਦਿੱਲੀ ਦਾ ਬਾਦਸ਼ਾਹ ਬਣਿਆ। 1639 'ਚ ਪਹਿਲਾ ਪੋਸਟ ਆਫਿਸ ਜਿਹੜਾ ਕਾਲੋਨੀਜ਼ ਦੇ ਵਿੱਚ ਮੈਸਾਚੂਸਟਸ ਦੇ ਵਿੱਚ ਅਮਰੀਕਾ 'ਚ ਸੈਟਅਪ ਹੋਇਆ। 1811 'ਚ ਐਲ ਸੈਲਵਾਡੋਰ ਜਿਹੜਾ ਉਹਨੇ ਪਹਿਲੀ ਲੜਾਈ ਜਿਹੜੀ ਹੈ ਸਪੇਨ ਦੇ ਅਗੇਂਸਟ ਲੜੀ ਆਪਣੀ ਆਜ਼ਾਦੀ ਦੇ ਲਈ। 1854 'ਚ ਕ੍ਰਿਮਜ਼ਨ ਵਾਰ ਦੇ ਵਿੱਚ ਬ੍ਰਿਟਿਸ਼ ਔਰ ਫ੍ਰੈਂਚ ਜਿਹੜੇ ਨੇ ਉਹਨਾਂ ਨੇ ਟੁਗੈਦਰ 50,000 ਰਸ਼ੀਅਨ ਫੌਜ ਨੂੰ ਡਿਫੀਟ ਕੀਤਾ। 1895 'ਚ ਪਹਿਲਾ US ਪੇਟੈਂਟ ਜਿਹੜਾ ਆਟੋ ਦੇ ਲਈ, ਗੱਡੀ ਦੇ ਲਈ, ਕਾਰ ਲਈ, ਜਾਰਜ ਸੈਲਡਮ ਨੇ ਲਿਆ। 1895 'ਚ ਯੂਟਾ ਸਟੇਟ ਨੇ ਪਾਸ ਕੀਤਾ ਕਿ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ, ਪਰ 1920 'ਚ ਜਾ ਕੇ ਇਹ ਹੱਕ ਮਿਲਿਆ ਸੀ। 1914 'ਚ ਬ੍ਰਿਟਨ, ਫਰਾਂਸ, ਰਸ਼ੀਆ ਨੇ ਟਰਕੀ ਦੇ ਖਿਲਾਫ, ਆਟੋਮਨ ਅੰਪਾਇਰ ਦੇ ਖਿਲਾਫ ਜੰਗ ਡਿਕਲੇਅਰ ਕੀਤੀ। 1932 'ਚ ਮਸੋਲਿਨੀ ਨੇ 16,000 ਕ੍ਰਿਮੀਨਲ ਜਿਹੜੇ ਜੇਲ੍ਹਾਂ 'ਚ ਸੀ ਉਹ ਸਾਰੇ ਆਜ਼ਾਦ ਕਰਕੇ ਕਿਹਾ ਕਿ ਆਓ ਤੁਸੀਂ ਫੌਜ 'ਚ ਆ ਕੇ ਦੁਸ਼ਮਣ ਦੇ ਖਿਲਾਫ ਲੜੋ। 1935 ਦੇ ਵਿੱਚ ਪਾਰਕਰ ਬ੍ਰਦਰਜ਼ ਨੇ ਪਹਿਲੀ ਮੋਨੋਪੋਲੀ ਗੇਮ, ਮੈਂ ਨਹੀਂ ਪਤਾ ਕੀ ਗੇਮ ਹੁੰਦੀ ਹੈ, ਪਰ ਇਹ ਹਰ
ਰਿਸਰਚ ਦੇ ਵਿੱਚ ਸੀ ਕਿ ਮੋਨੋਪੋਲੀ ਗੇਮ ਪਾਰਕਰ ਬ੍ਰਦਰਸ ਨੇ ਸ਼ੁਰੂ ਕੀਤੀ ਜੀ। 1979 ਦੇ ਵਿੱਚ ਖਮੀਨੀ ਨੇ ਇਹ ਐਲਾਨਿਆ ਕਿ ਅਮਰੀਕਾ ਵੱਡਾ ਸ਼ੈਤਾਨ ਹੈ ਔਰ ਰੂਸ ਛੋਟਾ ਸ਼ੈਤਾਨ ਹੈ। 1999 ਚ 170 ਮੁਲਕਾਂ ਨੇ ਬੌਨ ਜਰਮਨੀ ਦੇ ਵਿੱਚ ਇਕੱਠੇ ਹੋ ਕੇ 12 ਰੋਜ਼ਾ ਗਲੋਬਲ ਵਾਰਮਿੰਗ ਕਾਨਫਰੰਸ ਕੀਤੀ ਔਰ 2006 ਦੇ ਵਿੱਚ ਅੱਜ ਦੇ ਦਿਨ ਸਦਾਮ ਹੁਸੈਨ ਨੂੰ ਇੱਕ ਇਰਾਕੀ ਕੋਰਟ ਨੇ ਫਾਂਸੀ ਤੇ ਲਟਕਾਉਣ ਦਾ ਹੁਕਮ ਸੁਣਾਇਆ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਅਖੀਰਲਾ ਸ਼ਲੋਕ ਜਿਹੜੀ ਪੰਜਵੇਂ ਪਾਤਸ਼ਾਹ ਦੀ ਬਾਣੀ ਫੁਨਹੇ ਮਹੱਲਾ ਪੰਜਵਾਂ ਦਾ ਉਸ ਦਾ ਜਿਹੜਾ ਉਹ ਵਿਚਾਰਾਂਗੇ ਔਰ ਇਸ ਤੋਂ ਬਾਅਦ ਚੌਬੋਲੇ ਬਾਣੀ ਸ਼ੁਰੂ ਹੋ ਜਾਂਦੀ ਹੈ। ਸੋ ਫੁਨਹੇ ਦੇ ਜਿਹੜੇ 23 ਸ਼ਲੋਕ ਸੀ ਔਰ ਅੱਜ 23ਵਾਂ ਸ਼ਲੋਕ ਹੈ ਔਰ ਇਹ ਹੈ ਵੈਦਾਂ ਸੰਧਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ ਹਰੇ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ। ਜੀ ਇਹ ਸਤ ਸੰਗਤ ਦੀ ਮਹਿਮਾ ਗੁਰੂ ਅਰਜਨ ਸਾਹਿਬ ਨੇ ਵਿਆਖਿਆਨ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਬਿਮਾਰੀਆਂ ਦੇ ਦੂਰ ਕਰਨ ਵਾਲੇ ਨੇ ਗੁਰਮੁਖ ਪਰਉਪਕਾਰੀ ਜਿਨ੍ਹਾਂ ਦੇ ਸ਼ਬਦ ਵੈਦ ਕਿਹਾ ਜਾਂਦਾ ਹੈ ਉਹਨਾਂ ਦਾ ਉਹ ਸੰਗਤ ਦੇ ਵਿੱਚ ਇਕੱਠੇ ਨੇ। ਜਦੋਂ ਸੰਗਤ ਰੂਪ ਦੇ ਵਿੱਚ ਗੁਰਮੁਖ ਜੁੜ ਕੇ ਬੈਠਦੇ ਨੇ ਤਾਂ ਇਵੇਂ ਹੀ ਹੈ ਕਿ ਜਿਵੇਂ ਫਿਜ਼ੀਸ਼ੀਅਨਸ ਜਾਂ ਡਾਕਟਰਸ ਇੱਕ ਥਾਂ ਤੇ ਕਾਨਫਰੰਸ ਕਰ ਰਹੇ ਹੋਣ ਮੀਟਿੰਗ ਕਰ ਰਹੇ ਹੋਣ ਔਖਦ ਆਏ ਰਾਸ ਵਿੱਚ ਆਪ ਖਲੋਇਆ। ਜਦੋਂ ਕੋਈ ਵੀ ਮਨਮੁਖ ਜਾਂ ਟੁੱਟਿਆ ਮਨੁੱਖ ਸੰਗਤ ਦੇ ਵਿੱਚ ਜਾਂਦਾ ਹੈ ਤੇ ਉਹਨਾਂ ਵੈਦਾਂ ਦੀ ਉਹਨਾਂ ਹਕੀਮਾਂ ਦੀ ਉਹਨਾਂ ਰੱਬ ਦੇ ਬੰਦਿਆਂ ਦੀ ਜਿਹੜੀ ਸੰਗਤ ਹੈ ਜਿਹੜੀ ਦਵਾਈ ਰੂਪ ਦੇ ਵਿੱਚ ਉਹਨਾਂ ਦੇ ਰੋਗਾਂ ਨੂੰ ਦੂਰ ਕਰਦੀ ਹੈ ਕਿਉਂਕਿ ਸੰਗਤ ਦੇ ਵਿੱਚ ਨਿਰੰਕਾਰ ਆਪ ਵਸਦੇ ਪ੍ਰਭ ਆਪ ਖਲੋਇਆ ਰੱਬ ਆਪ ਵਸਦੇ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰੇ ਜਿਹੜੇ ਉਹਨਾਂ ਦੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਚੰਗੇ ਕਰਮ ਜਿਹੜੇ ਨੇ ਉਹ ਵੀ ਬਾਕੀਆਂ ਨੂੰ ਪ੍ਰਭਾਵਿਤ ਕਰਦੇ ਨੇ। ਚੰਗੇ ਜਿਹੜੇ ਨੇ ਸੁਕਰਮ ਹੋ ਕੇ ਚਾਰ ਚਫੇਰੇ ਉਹ ਸੁਗੰਧੀ ਉਹਨਾਂ ਦੇ ਚੰਗੇ ਗੁਣਾਂ ਦੀ ਪਸਰਦੀ ਹੈ। ਹਰਿਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ। ਤੇ ਜਿਵੇਂ ਵੈਦ ਦੇ ਕੋਲ ਜਾਂ ਡਾਕਟਰ ਦੇ ਕੋਲ ਹਰ ਚੀਜ਼ ਦਾ ਇਲਾਜ ਹੁੰਦਾ ਹੈ ਜੇ ਨਿਰੰਕਾਰ ਨੂੰ ਚੰਗਾ ਲੱਗੇ। ਇਸ ਲਈ ਜਿਹੜੇ ਇੱਥੇ ਬੈਸਟ ਡਾਕਟਰਸ ਨੇ ਸਰਜਨ ਨੇ ਉਹ ਵੀ ਕਹਿਣਗੇ ਜੀ ਕਿ ਵੀ ਆਰ ਡੂਇੰਗ ਆਵਰ ਬੈਸਟ ਰੈਸਟ ਇਜ਼ ਇਨ ਦਾ ਹੈਂਡਸ ਆਫ ਗॉड। ਅਸੀਂ ਆਪਣੇ ਜੋ ਹੈ ਉਹ ਕਰ ਰਹੇ ਹਾਂ। ਸੋ ਇਹੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਜਿਹੜੇ ਮਨੁੱਖ ਦੇ ਤਨ ਦੇ ਵਿੱਚ ਵੀ ਲੱਗੇ ਹੋਏ ਰੋਗ ਨੇ ਮਨ ਦੀ ਬਿਮਾਰੀ ਤਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ। ਤਨ ਨੂੰ ਵੀ ਜਿਹੜੇ ਕਲ ਔਰ ਕਲੇਸ਼ ਨੇ ਉਹ ਸਿਮਰਨ ਦੇ ਨਾਲ ਸੰਗਤ ਦੇ ਵਿੱਚ ਜੁੜ ਕੇ ਔਰ ਗੁਰਮੁਖਾਂ ਦੀ ਸੰਗਤ ਦੇ ਵਿੱਚ ਜਿੱਥੇ ਰੱਬ ਆਪ ਵਸਦਾ ਹੈ ਦੂਰ ਹੁੰਦੇ ਨੇ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਬ੍ਰਿਜਕਲ ਨੇ ਇਜਾਜ਼ਤ। ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।